ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ। ਅੱਜ ਦੀਆਂ ਸਾਰੀਆਂ ਅਖਬਾਰਾਂ ਦੀ ਜਿਹੜੀ ਪਹਿਲੇ ਪੰਨੇ ਦੀ ਨਿਊਜ਼ ਬਣੀ ਹੋਈ ਹੈ ਉਹ ਇਹੀ ਹੈ ਕਿ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ। ਉਹੀ ਅਖਬਾਰ ਸਾਰੇ ਖਬਰ ਦੱਸ ਰਹੇ ਨੇ ਜਿਹੜੀ ਅਸੀਂ ਵਾਰ-ਵਾਰ ਪਿਛਲੇ ਕਈ ਦਿਨਾਂ ਤੋਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਆ। ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਹੀ ਪ੍ਰਧਾਨਗੀ ਦੀ ਮੋਹਰ ਲੱਗੀ ਹੈ ਕਾਂਗਰਸ ਹਾਈਕਮਾਨ ਦੇ ਵੱਲੋਂ, ਯਾਨੀ ਕਿ ਨਵਜੋਤ ਸਿੰਘ ਸਿੱਧੂ ਹੀ ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਇਹ ਗੱਲ ਤੈਅ ਹੋ ਚੁੱਕੀ ਹੈ। ਕਿਸੇ ਵੀ ਵੇਲੇ ਐਲਾਨ ਹੋ ਸਕਦਾ ਹੈ ਕਿ ਸਾਡੇ ਪ੍ਰੋਗਰਾਮ ਕਰਦਿਆਂ ਐਲਾਨ ਹੋ ਜਾਵੇ ਜਾਂ ਫਿਰ ਇੱਕ ਅੱਧੇ ਦਿਨ ਤੱਕ ਐਲਾਨ ਹੋ ਜਾਵੇ, ਯਾਨੀ ਕਿਸੇ ਵੀ ਸਮੇਂ ਇਹ ਐਲਾਨ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਪੰਜਾਬ ਕਾਂਗਰਸ ਦੇ ਅਗਲੇ ਨਵੇਂ ਪ੍ਰਧਾਨ ਹੋਣਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਚਰਚਾਵਾਂ ਇਹ ਛਿੜ ਗਈਆਂ ਨੇ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਡੀ ਹੈ ਉਹ ਪ੍ਰਧਾਨਗੀ ਤੇ ਰੁਕਣ ਵਾਲੀ ਨਹੀਂ। ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਅਹੁਦਾ ਵੀ ਲੈ ਜਾਣਗੇ 2022 ਦੇ ਵਿੱਚ। ਅਜਿਹੀਆਂ ਚਰਚਾਵਾਂ ਕਿਉਂ ਛਿੜੀਆਂ ਹੋਈਆਂ ਨੇ? ਕੀ ਮਜਬੂਰੀ ਹੈ ਕਾਂਗਰਸ ਹਾਈਕਮਾਨ ਦੀ ਕਿ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਐਲਾਨਣਾ ਪਵੇਗਾ ਮੁੱਖ ਮੰਤਰੀ ਦਾ? ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਦੀ ਸਰਕਾਰ ਬਣ ਪਾਏਗੀ? ਕਿ ਨਵਜੋਤ ਸਿੰਘ ਸਿੱਧੂ ਨੂੰ ਹੀ ਕਾਂਗਰਸ ਜਿਹੜੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ? ਤੇ ਸਿਰਫ ਪੰਜਾਬ ਨੂੰ ਲੈ ਕੇ ਹੀ ਨਹੀਂ, ਹੋਰ ਕਿਹੜੀਆਂ ਗੱਲਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਸਿੱਧੂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ? ਤੇ ਉਹਨਾਂ ਗੱਲਾਂ ਦੇ ਕਰਕੇ ਕਾਂਗਰਸ ਦੀ ਹੋਰ ਲੀਡਰਸ਼ਿਪ ਜਿਹੜੇ ਪ੍ਰਧਾਨਗੀ ਤੇ ਮੁੱਖ ਮੰਤਰੀ ਦੇ ਦਾਅਵੇਦਾਰ ਬਣੇ ਹੋਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਅੱਖੋਂ ਪਰੋਖੇ ਹੋ ਰਹੇ ਨੇ। ਸਾਰੀਆਂ ਗੱਲਾਂ ਤੇ ਗੱਲਬਾਤ ਕਰਾਂਗੇ, ਵਿਸਤਾਰਪੂਰਵਕ ਚਰਚਾ ਕਰਾਂਗੇ। ਤੇ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਵਿਚਾਰ ਚਰਚਾ ਕਰਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਸੁਖਵਿੰਦਰ ਜੀ। ਸਰ ਆਪਾਂ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਇਹੀ ਗੱਲਾਂ ਕਹਿੰਦੇ ਆ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਨਾਮ ਦੇ ਉੱਪਰ ਪ੍ਰਧਾਨਗੀ ਦੀ ਜਿਹੜੀ ਮੋਹਰ ਲੱਗ ਚੁੱਕੀ ਹੈ। ਕਾਂਗਰਸ ਹਾਈਕਮਾਨ ਨੇ ਫੈਸਲਾ ਲੈ ਲਿਆ। ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਇਹ ਗੱਲ ਗਲੇ ਨਹੀਂ ਉਤਰ ਰਹੀ ਸੀ ਤੇ ਬਹੁਤ ਸਾਰੇ ਚੈਨਲ ਤੇ ਹੋਰ ਜਿਹੜੇ ਅਖਬਾਰ ਇਹ ਵੀ ਖਬਰਾਂ ਪ੍ਰਸਾਰਿਤ ਕਰਦੇ ਰਹੇ ਕਿ ਨਵਜੋਤ ਸਿੰਘ ਸਿੱਧੂ ਨੇ ਹੀ ਵਿਜੇ ਇੰਦਰ ਸਿੰਗਲਾ ਜਿਹੜੇ ਪ੍ਰਧਾਨ ਹੋਣਗੇ। ਪਰ ਆਪਾਂ ਲਗਾਤਾਰ ਇਸ ਗੱਲ ਤੇ ਆਪਣੇ ਸਹੀ ਤੇ ਸਟੀਕ ਜਾਣਕਾਰੀ ਦਿੰਦੇ ਰਹੇ ਹਾਂ ਦਰਸ਼ਕਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਹੀ ਅਗਲੇ ਪ੍ਰਧਾਨ ਹੋਣਗੇ। ਤੇ ਹੁਣ ਸਾਰੇ ਪਾਸੇ ਇਹੀ ਚਰਚਾਵਾਂ ਹੋ ਗਈਆਂ ਕਿ ਵਾਕਈ ਹੀ ਨਵਜੋਤ ਸਿੰਘ ਸਿੱਧੂ ਦੇ ਨਾਮ ਉੱਤੇ ਮੋਹਰ ਲੱਗੀ ਹੈ ਤੇ ਕਹਿੰਦੇ ਫੈਸਲਾ ਕਿਸੇ ਵੀ ਵੇਲੇ ਆ ਸਕਦਾ। ਕਿਵੇਂ ਦੇਖਦੇ ਸੁਖਵਿੰਦਰ ਜੀ, ਕਾਂਗਰਸ ਦੇ ਇਸ ਵੇਲੇ ਦੇ ਹਾਲਾਤ, ਜਿਹੜਾ ਸਿਨੈਰੀਓ ਹੈ ਕਾਂਗਰਸ ਦਾ, ਉਹਨੂੰ ਸਮਝਣ ਲਈ ਕਾਂਗਰਸ ਦੇ ਹਿਸਟਰੀ ਨੂੰ, ਇਤਿਹਾਸ ਨੂੰ ਸਮਝਣਾ ਪੈਣਾ ਹੈ। ਖਾਸ ਤੌਰ ਤੇ ਜਦੋਂ 47 ਤੋਂ ਬਾਅਦ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਬਣਦੇ ਨੇ ਆਪਣੇ ਮੁਲਕ ਦੇ ਆਜ਼ਾਦੀ ਤੋਂ ਬਾਅਦ, ਤਾਂ ਇੱਕ ਕਾਂਗਰਸ ਨੂੰ ਇਹ ਜ਼ਰੂਰੀ ਹੁੰਦਾ ਹੈ ਉਹਨਾਂ ਦੇ ਲਈ ਕਿ ਅਸੀਂ ਸੈਕੂਲਰ ਛਵੀ ਪੇਸ਼ ਕਰਨੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ। ਔਰ ਸੈਕੂਲਰ ਛਵੀ ਦੇ ਵਿੱਚ ਕੋਈ ਨਾ ਕੋਈ ਸਿੱਖ ਚਿਹਰਾ ਜਿਹੜਾ ਹੈਗਾ, ਬਾਕੀ ਸਟੇਟਾਂ 'ਚ ਵੀ ਲੈਂਦੇ ਨੇ ਉਹ ਲੋਕਾਂ ਨੂੰ, ਔਰ ਉਹਨਾਂ ਨੂੰ ਕੋਈ ਨਾ ਕੋਈ ਸਿੱਖ ਚਿਹਰਾ ਲਾਉਣ ਦੀ ਜਾਂ ਅੱਗੇ ਲਿਆਉਣ ਦੀ ਲੋੜ ਪੈਂਦੀ ਹੈ। ਉਹਨਾਂ ਦੀ ਕਾਂਗਰਸ ਦੀ ਮਜਬੂਰੀ ਰਹੀ ਹੈ ਹਮੇਸ਼ਾ ਹੀ। ਤੁਸੀਂ ਮੈਂ ਜਵਾਹਰ ਲਾਲ ਨਹਿਰੂ ਜੀ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਤੁਸੀਂ ਆਪਾਂ ਆ ਜਾਓ ਇੰਦਰਾ ਗਾਂਧੀ ਜੀ ਦੇ ਵੇਲੇ। ਸਾਰਿਆਂ ਨੂੰ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਉਸ ਵੇਲੇ ਦੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਔਰ ਬਾਅਦ ਦੇ ਵਿੱਚ ਉਹ ਰਾਸ਼ਟਰਪਤੀ ਬਣੇ, ਗਿਆਨੀ ਜ਼ੈਲ ਸਿੰਘ ਜੀ। ਤੁਹਾਨੂੰ ਪੰਜਾਬ ਤੋਂ ਉਹਨਾਂ ਨੇ ਲੈ ਕੇ ਰਾਸ਼ਟਰਪਤੀ ਤੱਕ ਬਣਾਇਆ। ਕਿਹਨੇ ਬਣਾਇਆ? ਕਾਂਗਰਸ ਨੇ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਲਗਾਤਾਰ ਫਿਰ ਸੋਨੀਆ ਜੀ ਦੀ ਵਾਰੀ ਆਉਂਦੀ ਹੈ ਔਰ ਸੋਨੀਆ ਜੀ ਤੋਂ ਬਾਅਦ ਤੁਸੀਂ ਦੇਖੋਗੇ ਸੋਨੀਆ ਜੀ ਨੇ ਤਾਂ ਵੱਡੀ ਗੱਲ ਇਹ ਕਰਤੀ ਕਿ ਜਿਹੜੀ ਇੱਕ ਕਿਆਸ ਰਾਈਆਂ ਕੀਤੀਆਂ ਜਾਂਦੀਆਂ ਸੀ ਕਿ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਹੋ ਹੀ ਨਹੀਂ ਸਕਦਾ, ਸੋ ਉਹਨਾਂ ਨੇ ਤਾਂ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣਾਇਆ। ਸੋ ਉਸ ਤੋਂ ਬਾਅਦ ਜਦੋਂ ਅਸੀਂ ਨਵੀਂ ਪੀੜ੍ਹੀ ਤੱਕ ਆਉਂਦੇ ਹਾਂ, ਖਾਸ ਤੌਰ ਤੇ ਰਾਹੁਲ ਜੀ ਔਰ ਪ੍ਰਿੰਕਾ ਜੀ ਤੱਕ ਆਉਂਦੇ ਹਾਂ, ਤਾਂ ਰਾਹੁਲ ਜੀ ਔਰ ਪ੍ਰਿੰਕਾ ਜੀ ਨੂੰ ਵੀ ਕੋਈ ਸਿੱਖ ਚਿਹਰਾ ਚਾਹੀਦਾ ਕਿਉਂਕਿ ਉਹਨਾਂ ਨੇ ਛਵੀ ਬਣਾਉਣੀ ਹੈ ਇੱਕ ਨੈਸ਼ਨਲ ਲੈਵਲ ਤੇ ਔਰ ਇੰਟਰਨੈਸ਼ਨਲ ਲੈਵਲ ਤੇ। ਜਿਸ ਕਿਸਮ ਦੀ ਉਹ ਧਰਮ ਨਿਰਪੱਖਤਾ ਦੀ ਛਵੀ ਬਣਾਉਣਾ ਚਾਹੁੰਦੇ ਨੇ, ਸੈਕੂਲਰ ਜਿਹੜੀ ਪਾਰਟੀ ਦੀ ਛਵੀ ਬਣਾਉਣਾ ਚਾਹੁੰਦੇ ਨੇ, ਤਾਂ ਉਹਦੇ ਲਈ ਲਾਜ਼ਮੀ ਤੌਰ ਤੇ ਉਹਨਾਂ ਨੂੰ ਸਿੱਖ ਚਿਹਰਾ ਲੈਣਾ ਹੀ ਪਏਗਾ। ਔਰ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਵੱਡਾ ਕੋਈ ਸਿੱਖ ਚਿਹਰਾ ਜਿਹਦੀ ਪਛਾਣ ਹੈ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹਨਾਂ ਨੂੰ ਕੋਈ ਹੋਰ ਚਿਹਰਾ ਨਹੀਂ ਮਿਲੇਗਾ। ਸੋ ਇਸ ਕਰਕੇ ਇਸ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ
ਤਾਂ ਪੰਜਾਬ ਦੀ ਪੋਲਿਟਿਕਸ ਵੀ ਸਮਝ ਆ ਜਾਏਗੀ। ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਉਹਨਾਂ ਦਾ ਪ੍ਰਧਾਨ ਬਣਾਉਣਾ ਵੀ ਸਮਝ ਆ ਜਾਏਗਾ, ਔਰ ਵੱਡੀ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਵੀ ਸਮਝ ਆ ਜਾਏਗਾ ਕਿ ਕਿਉਂ ਚਾਹੁੰਦੇ ਨੇ, ਕਿਉਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰਾਹੁਲ ਜੀ ਔਰ ਪ੍ਰਿੰਕਾ ਜੀ ਕਿਉਂ ਉਹਨਾਂ ਨੂੰ ਅੱਗੇ ਕਰਨਾ ਚਾਹੁੰਦੇ ਨੇ। ਸੋ ਇੱਕ ਇਹ ਛਵੀ ਨੂੰ ਉਹ ਅੱਗੇ ਦੀ ਅੱਗੇ ਮਤਲਬ ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ। ਦੂਸਰੀ ਗੱਲ ਕਿ ਇਸ ਵੇਲੇ ਕੀ ਹੋ ਰਿਹਾ ਕਿ ਜਿਹੜੀ ਪਾਰਟੀ, ਜਿਹੜੀ ਕਾਂਗਰਸ ਪਾਰਟੀ ਆ, ਆਪਾਂ ਨੂੰ ਵੀ ਪਤਾ ਹੈ ਕਿ ਉਹਦੀ ਜਿਹੜੀ ਪਿਛਲੀਆਂ ਜਿਹੜੀਆਂ 2 ਟਰਮਾਂ ਨੇ ਲੋਕ ਸਭਾ ਦੀਆਂ, ਉਹਦੇ ਵਿੱਚ ਉਹਨਾਂ ਦੀ ਜਿਹੜੀ ਛਵੀ ਹੈ ਉਹ ਉਸ ਕਿਸਮ ਦੀ ਉੱਭਰ ਕੇ ਸਾਹਮਣੇ ਨਹੀਂ ਆਈ ਜਿਸ ਕਿਸਮ ਦੀ ਆਉਣੀ ਚਾਹੀਦੀ ਸੀਗੀ। ਉਹਦਾ ਵੱਡਾ ਕਾਰਨ ਹੈ ਕਿ ਕਾਂਗਰਸ ਦੀ ਆਪਸੀ ਜਿਹੜੀ ਫੁੱਟ ਦਾ ਵੱਡਾ ਕਾਰਨ, ਉਹਦਾ ਨਤੀਜਾ ਨਿਕਲਦਾ ਹੈ ਕਿ ਕਾਂਗਰਸ ਇਸ ਵੇਲੇ ਬਿਖਰੀ ਹੋਈ ਹੈ। ਸੋ ਉਸ ਬਿਖਰੇਪਣ ਨੂੰ ਖਤਮ ਕਰਨ ਦੇ ਲਈ ਤੁਸੀਂ ਦੇਖੋਗੇ ਕਿ ਰਾਹੁਲ ਜੀ ਦੀਆਂ ਜਿਹੜੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ, ਹੁਣ ਰਾਹੁਲ ਜੀ ਕੀ ਮੈਸੇਜ ਦੇਣਾ ਚਾਹੁੰਦੇ ਨੇ, ਪ੍ਰਿੰਕਾ ਜੀ ਇਸ ਵੇਲੇ ਕੀ ਮੈਸੇਜ ਦੇਣਾ ਚਾਹੁੰਦੇ ਨੇ? ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸੋਨੀਆ ਜੀ ਤੋਂ ਬਾਅਦ ਜੇ ਕੋਈ ਕਾਂਗਰਸ ਦਾ ਕਰਤਾ ਧਰਤਾ ਹੋਏਗਾ, ਜੇ ਕੋਈ ਕਾਂਗਰਸ ਦੀ ਪ੍ਰਧਾਨਗੀ ਹਾਈ ਕਮਾਂਡ ਦੀ ਨੂੰ ਸੰਭਾਲੇਗਾ, ਤਾਂ ਉਹ ਰਾਹੁਲ ਜੀ ਖੁਦ ਸੰਭਾਲਣਗੇ, ਪ੍ਰਿੰਕਾ ਜੀ ਖੁਦ ਸੰਭਾਲਣਗੇ, ਔਰ ਪ੍ਰਧਾਨ ਵੀ ਜਿਹੜੇ ਕਾਂਗਰਸ ਦੇ ਬਣਨਗੇ ਉਹ ਰਾਹੁਲ ਜੀ ਬਣਨਗੇ। ਤੁਸੀਂ ਦੇਖਿਆ ਹੋਏਗਾ ਕਿ ਮੀਟਿੰਗਾਂ, ਇਹ ਫੈਸਲਾ ਕੋਈ ਹਾਈ ਕਮਾਂਡ ਲਈ ਕੋਈ ਵੱਡਾ ਫੈਸਲਾ ਨਹੀਂ ਹੈ ਕਿ ਉਹਨਾਂ ਨੇ ਪ੍ਰਧਾਨ ਦਾ ਪੰਜਾਬ ਦੇ ਦਾ ਫੈਸਲਾ ਕਰਨਾ ਹੈ, ਉਹਨਾਂ ਨੂੰ ਟਾਈਮ ਲੱਗ ਰਿਹਾ। ਰਾਹੁਲ ਜੀ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਉਹਨਾਂ ਮੀਟਿੰਗਾਂ ਦੇ ਰਾਹੀਂ ਕਿ ਮੈਂ ਇਸ ਵੇਲੇ ਪੂਰੇ ਹਾਲਾਤ ਨੂੰ ਕੰਟਰੋਲ, ਪੂਰੇ ਇਸ ਵੇਲੇ, ਕਿਉਂਕਿ ਪੰਜਾਬ ਦੇ ਵਿੱਚ ਇਕੱਲੀ ਇਹ ਨਹੀਂ ਹੈ ਕਿ ਇਕੱਲੀਆਂ ਚੋਣਾਂ ਹੋਣੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਯੂਪੀ 'ਚ ਵੀ ਚੋਣਾਂ ਹੋਣੀਆਂ ਨੇ, ਗੋਆ 'ਚ ਵੀ ਚੋਣਾਂ ਹੋਣੀਆਂ ਨੇ, ਉੱਤਰਾਖੰਡ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ, ਯਾਨੀ ਕਿ ਵੱਖ-ਵੱਖ ਸਟੇਟਾਂ 'ਚ ਚੋਣਾਂ ਹੋਣੀਆਂ ਨੇ, ਔਰ ਠੀਕ ਹੈ 24 ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ। 24 ਜੇ ਇਹ 5-4 ਸੂਬਿਆਂ ਦੇ ਵਿੱਚ ਕਾਂਗਰਸ ਦਾ ਸਹੀ ਪ੍ਰਦਰਸ਼ਨ ਹੋਏਗਾ ਤਾਂ ਹੀ 2024 ਦੇ ਲਈ ਉਹਨਾਂ ਦੀ ਹਵਾ ਬਣੇਗੀ। ਠੀਕ ਹੈ ਗੱਲ। ਪਰ ਹੁਣ ਜਿਸ ਤਰੀਕੇ ਦੇ ਨਾਲ ਪ੍ਰਧਾਨਗੀ ਜੇਕਰ ਮਿਲ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ, ਲਗਭਗ ਤੈਅ ਮੰਨੀ ਜਾ ਰਹੀ ਹੈ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਦੀ, ਤਾਂ ਹੁਣ ਚਰਚਾਵਾਂ ਇਹ ਨੇ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚੋਂ ਕਮਾਨ ਖੋਹੀ ਹੈ ਪੰਜਾਬ ਕਾਂਗਰਸ ਦੀ, ਕਿਉਂਕਿ ਇੱਕ ਤਰੀਕੇ ਨਾਲ ਕਮਾਨ ਉਹਨਾਂ ਦੇ ਹੱਥ 'ਚ ਹੀ ਸੀ, ਕਿਉਂਕਿ ਉਹਨਾਂ ਦੇ ਧੜੇ ਤੇ ਮੰਨੇ ਜਾਂਦੇ ਸੀਗੇ ਸੁਨੀਲ ਜਾਖੜ, ਤੇ ਕਿਹਾ ਜਾਂਦਾ ਸੀ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਦਿਵਾਉਣ ਵਾਲੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਆ। ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਤੋਂ ਹੀ ਪ੍ਰਧਾਨਗੀ ਜਿਹੜੀ ਖੋਹੀ ਗਈ ਆ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਤਾਂ ਹੁਣ ਚਰਚਾਵਾਂ ਇਹ ਵੀ ਨੇ ਕਿ ਹਾਈ ਕਮਾਨ ਦੀ ਮਜਬੂਰੀ ਬਣ ਗਏ ਨੇ ਨਵਜੋਤ ਸਿੰਘ ਸਿੱਧੂ। ਜੇਕਰ ਕਹਿੰਦੇ ਹਾਈ ਕਮਾਨ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਇਹ ਗੱਲ ਚਾਹ ਰਹੇ ਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਾਂਗੇ, ਕਾਂਗਰਸ ਦਾ ਵਰਕਰ ਵੀ ਇਹੀ ਗੱਲ ਚਾਹ ਰਿਹਾ ਤੇ ਕਾਂਗਰਸ ਦੇ ਲੀਡਰ ਵੀ ਇਹੀ ਗੱਲ ਕਹਿ ਕੇ ਆਏ ਨੇ, ਉੱਥੇ ਤਕਰੀਬਨ 60-62 ਲੀਡਰ ਜਿਹੜੇ ਇਹੀ ਗੱਲ ਕਹਿ ਕੇ ਆਏ ਕਿ ਜੇਕਰ ਤੁਸੀਂ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾਉਂਦੇ ਹੋ ਤਾਂ ਉੱਥੇ ਕਾਂਗਰਸ ਦੀ ਸਰਕਾਰ ਜਿਹੜੀ ਰਿਪੀਟ ਹੁੰਦੀ ਹੈ। ਤਾਂ ਜਿਹੜੀ ਸਾਫ਼ ਹੈ ਕਿ ਹੁਣ ਜਿਹੜੀ ਗੱਲ ਮੈਂ ਪਹਿਲਾਂ ਓਪਨਿੰਗ ਦੇ ਵਿੱਚ ਕਹਿ ਕੇ ਹਟਿਆ ਆਪਣੀ ਕਿ ਨਵਜੋਤ ਸਿੰਘ ਸਿੱਧੂ ਸਿਰਫ ਪ੍ਰਧਾਨਗੀ ਤੇ ਰੁਕਣ ਵਾਲੇ ਨਹੀਂ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸੀਐਮ ਦੀ ਕੁਰਸੀ ਵੀ ਜਾਣ ਵਾਲੀ। ਸੁਖਵਿੰਦਰ ਜੀ, ਹੁਣ ਆਪਾਂ ਆਉਣੇ ਆ ਪੰਜਾਬ ਦੇ ਉੱਤੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਹੁਣ ਪੰਜਾਬ ਦੇ ਵਿੱਚ ਇਸ ਵੇਲੇ ਕੀ ਪੋਜੀਸ਼ਨ ਹੈ ਕਾਂਗਰਸ ਦੀ? ਖਾਸ ਤੌਰ ਤੇ ਜਦੋਂ ਅਸੀਂ ਕਾਂਗਰਸ ਦੀ ਪੋਜੀਸ਼ਨ ਦੇਖਦੇ ਹਾਂ, ਉਹਦਾ ਐਨਾਲਿਸਿਸ ਕਰਦੇ ਹਾਂ, ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਜਿਹੜੀ ਪੋਜੀਸ਼ਨ 17 ਵਾਲੀ ਸੀ, ਬਹੁਤ ਵਧੀਆ ਪੋਜੀਸ਼ਨ ਸੀਗੀ, ਔਰ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ 2002 ਔਰ 2007 ਵਾਲੀ ਜਿਹੜੀ ਪਾਰੀ ਖੇਡੀ ਸੀ ਕੈਪਟਨ ਸਾਹਿਬ ਨੇ, ਸ਼ਾਇਦ ਉਹ ਉਸ ਪਾਰੀ ਨੂੰ ਦੁਹਰਾਉਣਗੇ, ਉਸ ਕਿਸਮ ਦੇ ਕੰਮ ਕਰਨਗੇ, ਉਸ ਕਿਸਮ ਦੇ ਡਿਸੀਜਨ ਲੈਣਗੇ, ਲੋਕਾਂ ਦੇ ਵਿੱਚ ਵਿਚਰਨਗੇ, ਪੰਜਾਬ ਦੇ ਵਿੱਚ ਰਹਿਣਗੇ। ਔਰ ਲੋਕਾਂ ਨੂੰ ਇਹ ਵੀ ਲੱਗਦਾ ਸੀਗਾ ਕਿ ਬਹੁਤ ਵੱਡੀਆਂ ਜਿਹੜੀਆਂ ਵੱਡੇ ਵਾਅਦੇ ਕਰਕੇ ਆਏ ਸੀਗੇ, ਉਹ ਵਾਅਦੇ ਪੂਰੇ ਕੀਤੇ ਜਾਣਗੇ। ਲੋਕਾਂ ਨੂੰ ਭਰੋਸਾ ਸੀਗਾ ਕੈਪਟਨ ਸਾਹਿਬ ਦੇ ਉੱਤੇ। ਸੋ ਇਹੀ ਭਰੋਸਾ ਲੈ ਕੇ ਉਹਨਾਂ ਨੇ 17 ਦੇ ਵਿੱਚ ਧੜਾ ਧੜ ਵੋਟਾਂ ਕਾਂਗਰਸ ਨੂੰ ਪਾਤੀਆਂ। ਉਸ ਤੋਂ ਬਾਅਦ ਲੋਕਾਂ ਨੂੰ ਭੁਲੇਖਾ ਇਹ ਵੀ ਰਿਹਾ ਕਿ ਹੋ ਸਕਦਾ ਹੈ ਕਿ 19 ਦੇ ਵਿੱਚ ਜਿਹੜਾ ਹੈਗਾ ਸ਼ਾਇਦ ਜਿਹੜਾ ਹੈਗਾ ਇਹ ਸਾਰੇ ਵਾਅਦੇ ਜਿਹੜੇ ਨੇ ਪੂਰੇ ਕੀਤੇ ਜਾਣ। ਲੋਕਾਂ ਨੇ 19 ਦੇ ਵਿੱਚ ਵੀ ਧੜਾ ਧੜ ਵੋਟਾਂ ਪਾਈਆਂ ਔਰ ਲੋਕ ਸਭਾ ਦੇ ਵਿੱਚੋਂ 8 ਸੀਟਾਂ ਜਿਹੜੀਆਂ 13 ਚੋਂ ਜਿਤਾਤੀਆਂ। ਬਹੁਤ ਵੱਡੀ ਗੱਲ ਜਿਹੜੀ ਹੈਗੀ ਹੈ, ਇਹ ਵੱਡਾ ਮਤਲਬ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਇੱਕ ਜਿਹੜਾ ਸੀਗਾ ਸੌਗਾਤ, ਇੱਕ ਗਿਫਟ ਦਿੱਤਾ ਸੀਗਾ, ਔਰ ਛਵੀ ਬਣੀ ਸੀਗੀ ਕੈਪਟਨ ਸਾਹਿਬ ਦੀ ਪੂਰੇ ਨੈਸ਼ਨਲ ਲੈਵਲ ਤੇ ਕਿ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਡਾਊਨ ਜਾ ਰਹੀ ਸੀ ਕਾਂਗਰਸ, ਤਾਂ ਪੰਜਾਬ ਦੇ ਵਿੱਚੋਂ 8 ਜਿਹੜੇ ਨੇ ਲੋਕ ਸਭਾ ਦੇ ਮੈਂਬਰ ਉਹਨਾਂ ਨੇ ਜਿਤਾ ਕੇ ਭੇਜੇ ਸੀਗੇ। ਸੋ ਉਸ ਤੋਂ ਬਾਅਦ ਕੀ ਹੋਇਆ, ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਅੱਜ ਕਰਦੇ ਆ, ਕੱਲ ਕਰਦੇ ਆ ਆਪਣੇ ਕੰਮ ਪੂਰੇ, ਆਪਣੇ ਸਾਰੇ ਵਾਅਦੇ ਪੂਰੇ ਹੋਣਗੇ। ਲੋਕ ਉਡੀਕਦੇ ਯਾਨੀ ਕਿ ਅੱਜ ਤੱਕ ਪਹੁੰਚ ਗਏ। ਉਹਦਾ ਮਤਲਬ ਕੀ ਹੋਇਆ ਕਿ ਛਵੀ ਕੀ ਹੋ ਗਿਆ ਕਿ ਹੌਲੀ ਹੌਲੀ
ਲੋਕਾਂ ਦੇ ਵਿੱਚੋਂ ਕੈਪਟਨ ਸਾਹਿਬ ਜਿਹੜੇ ਨੇ ਉਹ ਖਿਸਕਦੇ ਗਏ, ਗ੍ਰਾਫ ਨੀਚੇ ਆਉਂਦਾ ਗਿਆ। ਔਰ ਉਹਦਾ ਨਤੀਜਾ ਕੀ ਨਿਕਲਿਆ ਕਿ ਕਾਂਗਰਸ ਦੇ ਚਾਹੇ ਉਹ MLA ਸਾਹਿਬਾਨ ਹੋਣ, ਚਾਹੇ ਮੰਤਰੀ ਸਾਹਿਬਾਨ ਹੋਣ, ਚਾਹੇ ਆਮ ਵਰਕਰ ਹੋਣ, ਉਹਨਾਂ ਨੂੰ ਬਾਹਰ ਨਿਕਲਣਾ ਔਖਾ ਹੋ ਗਿਆ। ਉਸ ਤੋਂ ਬਾਅਦ ਦੂਜੀ ਜਿਹੜੀ ਵੱਡੀ ਘਟਨਾ ਵਾਪਰੀ ਪੰਜਾਬ ਦੇ ਵਿੱਚ, ਜਿਹੜੀ ਸਮਝਣ ਵਾਲੀ ਹੈ, ਜਿਹਦੇ ਕਰਕੇ ਸਾਰਾ ਕਲੇਸ਼ ਪਿਆ, ਉਹ ਹੈ ਕਿਸਾਨੀ ਅੰਦੋਲਨ। ਕਿਸਾਨੀ ਅੰਦੋਲਨ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਪੰਜਾਬ 'ਚ ਹੁੰਦੀ ਹੈ, ਆਪਾਂ ਨੂੰ ਪਤਾ, ਪੂਰੀ ਦੁਨੀਆ ਜਾਣਦੀ ਹੈ। ਔਰ ਇਸ ਅੰਦੋਲਨ ਨੇ ਇਹੀ ਨਾਰਾ ਦਿੱਤਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਕੋਈ ਕੰਮ ਨਹੀਂ ਕਰ ਰਹੀਆਂ। ਪਹਿਲਾਂ ਉਹ ਮੋਦੀ ਸਰਕਾਰ ਦੇ ਖਿਲਾਫ ਉੱਠੀਆਂ ਲਹਿਰਾਂ, ਔਰ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੇ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਸੀਗੇ, ਖਾਸ ਤੌਰ ਤੇ ਕਾਂਗਰਸ ਦੇ ਲੀਡਰ ਸੀਗੇ, ਉਹਨਾਂ ਨੂੰ ਉਹਨਾਂ ਨੇ ਘੇਰਨਾ ਸ਼ੁਰੂ ਕੀਤਾ ਔਰ ਪੁੱਛਣਾ ਸ਼ੁਰੂ ਕੀਤਾ ਕਿ ਭਾਈ ਤੁਸੀਂ ਦੱਸੋ, ਜਿਹੜੇ ਵਾਅਦੇ ਤੁਹਾਡੇ ਕੀਤੇ ਸੀਗੇ, ਤੁਸੀਂ 4.5 ਸਾਲ ਪਹਿਲਾਂ ਕਿੱਥੇ ਸੀਗੇ? ਇਹ ਲਗਾਤਾਰ ਜਦੋਂ ਵੀ ਜਿਸ ਮੰਤਰੀ ਨੂੰ, ਜਿਸ ਨੇਤਾ ਨੂੰ ਘੇਰਿਆ ਜਾਂਦਾ ਹੈ, ਸਭ ਤੋਂ ਵੱਡਾ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ ਭਾਈ 4.5 ਸਾਲ ਤੁਸੀਂ ਕਿੱਥੇ ਰਹੇ? ਅੱਜ ਤੁਹਾਨੂੰ ਕਿਸਾਨ ਕਿਉਂ ਯਾਦ ਆ ਗਏ? ਅੱਜ ਲੋਕ ਤੁਹਾਨੂੰ, ਜਦੋਂ ਚੋਣਾਂ ਹੋ ਰਹੀਆਂ ਨੇ, ਉਦੋਂ ਤੁਹਾਨੂੰ ਲੋਕ ਕਿਉਂ ਯਾਦ ਆ ਰਹੇ ਨੇ? ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਪੰਜਾਬ ਦੀ ਕਾਂਗਰਸ ਦੇ ਵਿੱਚ, ਖਾਸ ਤੌਰ ਤੇ ਜਿਹੜੀ ਕੈਪਟਨ ਦੀ ਜਿਹੜੀ ਲੀਡਰਸ਼ਿਪ ਹੈ, ਉਹਦੇ ਵਿੱਚ ਬਹੁਤ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ। ਔਰ ਉਹਦਾ ਨਾਲ ਕੀ ਹੋ ਗਿਆ ਕਿ ਬਹੁਤ ਸਾਰਾ ਜਿਹੜੀ ਇਹਨਾਂ ਦੀ ਗ੍ਰਿਫਤ ਸੀਗੀ ਕੈਪਟਨ ਸਾਹਿਬ ਦੀ ਪੰਜਾਬ ਦੀ ਕਾਂਗਰਸ ਦੇ ਉੱਤੇ, ਉਹ ਢਿੱਲੀ ਪੈਣੀ ਸ਼ੁਰੂ ਹੋ ਗਈ। ਔਰ ਉਹਦੇ ਨਤੀਜਾ ਜਿਹੜਾ ਹੈਗਾ, ਉਹਦਾ ਫਾਇਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਿਆ, ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਵਾਹਿਦ ਇੱਕ ਐਸੇ, ਆਪਾਂ ਨੂੰ ਪਤਾ ਹੈ ਕਿ ਦਰਸ਼ਕਾਂ ਨੂੰ ਵੀ ਪਤਾ ਹੈ ਕਿ 4.5 ਸਾਲ ਤੋਂ ਜਦੋਂ ਤੋਂ ਕਾਂਗਰਸ ਬਣੀ ਹੈ, ਉਹ ਇਹੀ ਸਵਾਲ ਜਿਹੜੇ ਨੇ, ਜਿਹੜੇ ਅੱਜ ਲੋਕ ਪੁੱਛ ਰਹੇ ਨੇ, ਜਿਹੜੇ ਲੋਕ ਘੇਰ ਘੇਰ ਕੇ ਇਹਨਾਂ ਲੀਡਰਾਂ ਨੂੰ ਵਿਸ਼ਵਾਸ ਨਾ ਕਰਦੇ ਨੇ ਕਿ ਜਦੋਂ ਪਿਛਲੀ ਸਰਕਾਰ ਦੇ ਵਿੱਚ ਉਹ ਸੀਗੇ, ਗੱਠਜੋੜ ਵਾਲੀ ਸਰਕਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਵਾਈਫ ਉਦੋਂ ਉਹਨਾਂ ਦਾ ਹਿੱਸਾ ਹੁੰਦੇ ਸੀ, ਤਾਂ ਉਦੋਂ ਵੀ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਰਹੇ ਆ। ਤਾਂ ਜੇਕਰ ਇਸ ਸਰਕਾਰ ਦੇ ਵਿੱਚ ਵੀ ਨੇ, ਤਾਂ ਸਮੇਂ-ਸਮੇਂ ਤੇ ਇਸ ਸਰਕਾਰ ਦੇ ਖਿਲਾਫ ਵੀ ਲੋਕਾਂ ਦੀ ਹੱਕੀ ਮੰਗਾਂ ਦੇ ਲਈ ਨਵਜੋਤ ਸਿੰਘ ਸਿੱਧੂ ਸਮੇਂ-ਸਮੇਂ ਤੇ ਆਵਾਜ਼ ਚੁੱਕਦੇ ਰਹੇ ਆ, ਜਿਹਦੇ ਕਰਕੇ ਲੋਕਾਂ ਦਾ ਵਿਸ਼ਵਾਸ ਵੀ ਨਵਜੋਤ ਸਿੰਘ ਸਿੱਧੂ ਤੇ ਬਣਿਆ। ਬਿਲਕੁਲ ਇਹੀ ਗੱਲ ਮੈਂ ਕਹਿ ਰਿਹਾ ਕਿ ਇਸ ਵੇਲੇ ਜਿਹੜੇ ਲੋਕ ਅੱਜ ਕੈਪਟਨ ਸਾਹਿਬ ਨੂੰ ਸਵਾਲ ਪੁੱਛ ਰਹੇ ਨੇ, ਜਿਹੜੇ ਲੋਕ ਅੱਜ ਵੱਖ-ਵੱਖ ਲੀਡਰਾਂ ਦੇ, ਕਾਂਗਰਸ ਦੇ ਲੀਡਰਾਂ ਨੂੰ ਸਵਾਲ ਪੁੱਛ ਰਹੇ ਨੇ, ਇਹੀ ਸਵਾਲ 4.5 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਤੋਂ ਪੁੱਛਦੇ ਆਏ ਨੇ ਕਿ ਸਰ ਤੁਹਾਡੇ ਵਾਅਦੇ ਕਿੱਥੇ ਗਏ? ਤੁਹਾਡਾ ਚਾਹੇ ਨਸ਼ਿਆਂ ਨੂੰ ਲੈ ਕੇ ਵਾਅਦਾ ਕੀਤਾ ਗਿਆ ਹੋਵੇ, ਚਾਹੇ ਤੁਹਾਡਾ ਬਰਗਾੜੀ ਕਾਂਡ ਨੂੰ ਲੈ ਕੇ ਵਾਅਦਾ ਕੀਤਾ ਗਿਆ ਹੋਵੇ, ਚਾਹੇ ਤੁਹਾਡਾ ਕਿਸਾਨੀ ਦੀ ਕਰਜ਼ਾ ਮਾਫੀ ਦੇ ਉੱਤੇ ਜਿਹੜਾ ਸੀਗਾ ਉਹ ਵੱਡਾ ਵਾਅਦਾ ਕੀਤਾ ਗਿਆ ਹੋਵੇ, ਭਾਵੇਂ ਕਿ ਹੁਣ ਕੋਸ਼ਿਸ਼ ਕਰ ਰਹੇ ਨੇ ਦਿਖਾਉਣ ਦੀ ਕਿ ਅਸੀਂ ਤਾਂ ਲੱਗੇ ਹੋਏ ਹਾਂ, ਅਸੀਂ ਕਰਜ਼ਾ ਮਾਫੀ ਵੀ ਕਰ ਰਹੇ ਹਾਂ, ਅਸੀਂ ਹੁਣ, ਪਰ ਹੁਣ ਕੀ ਹੈ ਕਿ ਹੁਣ ਉਹ ਜਿਹੜਾ ਹੈਗਾ ਸਮਾਂ ਨਿਕਲ ਗਿਆ। ਹੁਣ ਜਿਹੜਾ ਹੈਗਾ, ਜਦ ਆਪਾਂ ਕਹਿੰਦੇ ਕਿ ਹੁਣ ਤਾਂ ਖੇਤ ਚਿੜੀਆ ਚੁੱਕ ਚੁੱਕੀ ਹੈ, ਹੁਣ ਤਾਂ ਉਹ ਜਿਹੜਾ ਹੈਗਾ ਤੀਰ ਕਮਾਨ ਚੋਂ ਨਿਕਲ ਚੁੱਕਿਆ। ਸੋ ਇਸ ਕਰਕੇ ਹੁਣ ਜੇ ਉਹ ਪੁਰਾਣਾ ਸਮਾਂ ਵਾਪਸ ਨਹੀਂ ਆਏਗਾ। ਹੁਣ ਇਸ ਵੇਲੇ ਕੈਪਟਨ ਸਾਹਿਬ ਜਿਹੜੇ ਨੇ, ਉਹਨਾਂ ਦੀ ਗ੍ਰਿਫਤ ਬਹੁਤ ਢਿੱਲੀ ਪੈ ਚੁੱਕੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 6-7 ਜਿਹੜੇ ਮਹੀਨੇ ਰਹਿ ਗਏ ਨੇ, ਬੇਸ਼ੱਕ ਉਹ ਕੋਸ਼ਿਸ਼ ਜ਼ਰੂਰ ਕਰਨਗੇ ਕਿ ਛਵੀ ਨੂੰ ਸੁਧਾਰਨ ਦੀ, ਪਰ ਲੋਕਾਂ ਦੇ ਮਨ ਦੇ ਵਿੱਚੋਂ ਇਸ ਵੇਲੇ ਉਹ ਨਿਕਲ ਚੁੱਕੇ ਨੇ। ਸੋ ਉਹਦਾ ਫਾਇਦਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੋ ਰਿਹਾ, ਔਰ ਇਸ ਕਰਕੇ ਹੋ ਰਿਹਾ ਕਿ ਉਹਨਾਂ ਨੇ ਆਪਣੀ ਸਾਰੀ ਜਿਹੜੀ ਹੈਗੀ ਆਪਣੀ ਕੁਰਸੀ ਤੋਂ ਲੈ ਕੇ ਹਰ ਚੀਜ਼ ਉਹਨਾਂ ਨੇ ਦਾਅ ਤੇ ਲਾਈ ਹੈ। ਔਰ ਲਗਭਗ 2 ਸਾਲਾਂ ਤੋਂ ਘਰੇ ਬਿਠਾਇਆ ਉਹਨਾਂ ਨੂੰ ਔਰ ਖੁੱਡੇ ਲੈਣ ਲਾ ਕੇ ਰੱਖਿਆ। ਉਹਦਾ ਨਤੀਜਾ ਆਪਾਂ ਨੂੰ ਵੀ ਪਤਾ ਹੈ ਕਿ ਕਾਂਗਰਸ ਦੇ ਖਾਸ ਤੌਰ ਤੇ ਕੈਪਟਨ ਸਾਹਿਬ ਨੇ ਕਿਸ ਤਰ੍ਹਾਂ ਦਾ ਨਾਲ ਉਹਨਾਂ ਦੇ ਨਾਲ ਧੱਕਾ ਕੀਤਾ ਹੈ, ਇਹ ਲੋਕ ਇਸ ਵੇਲੇ ਸਮਝ ਰਹੇ ਨੇ। ਸੋ ਇਸ ਕਰਕੇ ਉਸ ਧੱਕੇ ਨੂੰ ਮੱਦੇ ਨਜ਼ਰ ਰੱਖਦੇ ਹੋਏ, ਉਹਨਾਂ ਦੇ ਬਿਹੇਵੀਅਰ ਨੂੰ ਮੱਦੇ ਨਜ਼ਰ ਰੱਖਦੇ ਹੋਏ, ਕੈਪਟਨ ਸਾਹਿਬ ਦੇ ਨੂੰ ਲੋਕਾਂ ਦੀ ਜਿਹੜੀ ਸਿੰਪਥੀ ਹੈ, ਲੋਕਾਂ ਦੀ ਸਹਾਨੂਭੂਤੀ ਹੈ, ਉਹ ਨਵਜੋਤ ਸਿੰਘ ਸਿੱਧੂ ਨਾਲ ਆ ਚੁੱਕੀ ਹੈ ਇਸ ਵੇਲੇ। ਔਰ ਇਸੇ ਕਰਕੇ ਇਸ ਵੇਲੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਨਾਲ ਵੱਡਾ ਧੱਕਾ ਹੋ ਚੁੱਕਿਆ ਹੈ ਔਰ ਇਸ ਦੀ ਭਰਪਾਈ ਹੋਣੀ ਚਾਹੀਦੀ ਹੈ। ਉਹ ਭਰਪਾਈ ਉਹਨਾਂ ਨੂੰ ਪ੍ਰਧਾਨ ਬਣਾ ਕੇ ਕੀਤੀ ਜਾ ਸਕਦੀ ਹੈ। ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਜਿੱਥੇ ਬਾਕੀ ਲੀਡਰ ਜਿਹੜੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰਕੇ ਵੋਟਾਂ ਬਟੋਰਨਾ ਚਾਹੁੰਦੇ ਨੇ, ਤਾਂ ਉੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਵਿਜ਼ਨ ਦੇ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ। ਤਾਂ ਉੱਥੇ ਹੀ ਕਾਂਗਰਸ ਹਾਈ ਕਮਾਨ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਭਾਈ ਜੇਕਰ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਾ, ਤਾਂ ਕਾਂਗਰਸ ਹਾਈ ਕਮਾਨ ਦੀ ਮਜਬੂਰੀ ਹੋ ਸਕਦੀ ਹੈ, ਕਾਂਗਰਸ ਪਾਰਟੀ ਦੀ ਮਜਬੂਰੀ ਹੋ ਸਕਦੀ ਹੈ, ਪਰ ਲੋਕਾਂ ਦੀ ਮਜਬੂਰੀ ਨਹੀਂ। ਕਿਉਂਕਿ ਇਸ ਵਕਤ ਜਿਹੜਾ ਵਿਰੋਧ ਜ਼ਿਆਦਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਇੰਡੀਵਿਜੂਅਲੀ ਤੌਰ ਤੇ ਜ਼ਿਆਦਾ, ਕਾਂਗਰਸ ਦਾ ਵਿਰੋਧ ਉਹਨਾਂ ਲੋਕਾਂ ਦੇ ਵਿੱਚ ਨਹੀਂ ਹੈ ਜਿੰਨਾ ਕੈਪਟਨ ਅਮਰਿੰਦਰ ਸਿੰਘ ਦਾ। ਤਾਂ ਇਸ ਕਰਕੇ ਜੇਕਰ ਜਿਵੇਂ ਪ੍ਰਸ਼ਾਂਤ ਕਿਸ਼ੋਰ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾਇਆ ਜਾਂਦਾ ਤਾਂ ਬੜਾ ਮੁਸ਼ਕਿਲ ਹੋ ਸਕਦਾ ਜਿਹੜੀ ਸਰਕਾਰ ਬਣਾਉਣ। ਤਾਂ ਅਜਿਹੇ ਦੇ ਵਿੱਚ ਕਾਂਗਰਸ ਹਾਈ ਕਮਾਨ ਨੂੰ ਸਮਝ ਆ ਗਈ ਕਿ ਸਾਡੇ ਦੀ ਮਜਬੂਰੀ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਆ। ਭਾਈ ਲੋਕਾਂ ਦੀ
ਮਜਬੂਰੀ ਨਹੀਂ ਗੀ, ਇਸੇ ਕਰਕੇ ਪ੍ਰਸ਼ਾਂਤ ਕਿਸ਼ੋਰ ਇਹ ਜਿਹੀਆਂ ਗੱਲਾਂ ਕਹਿ ਰਹੇ ਨੇ। ਤਾਂ ਸਾਫ਼ ਤੌਰ ਤੇ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੈਦਾਨ ਦੇ ਵਿੱਚ ਉਤਰਨਾ, 2022 ਦੇ ਰਨ ਦੇ ਵਿੱਚ ਉਤਰਨਾ ਸਾਡੇ ਲਈ ਸੌਖਾ ਨਹੀਂ ਹੋਊਗਾ। ਤਾਂ ਹੀ ਜਿਹੜੇ ਕੈਪਟਨ ਦੇ ਬਾਰੇ ਸਵਾਲ ਪੁੱਛਦੇ ਰਹੇ ਵੱਖ-ਵੱਖ ਮੰਤਰੀਆਂ, ਵੱਖ-ਵੱਖ ਲੀਡਰਾਂ ਨੂੰ ਮੀਟਿੰਗ ਦੌਰਾਨ ਰਾਹੁਲ ਗਾਂਧੀ ਕਿ ਵਿਦਆਊਟ ਕੈਪਟਨ ਜਾਂ ਵਿਦ ਕੈਪਟਨ, ਤਾਂ ਹੀ ਇਹ ਸਾਰੀਆਂ ਗੱਲਾਂ ਹੋ ਰਹੀਆਂ ਸੀ। ਤਾਂ ਉੱਥੇ ਇਹ ਸਾਫ਼ ਹੋ ਰਿਹਾ ਕਿ ਕਾਂਗਰਸ ਹਾਈ ਕਮਾਨ ਜਿੱਥੇ ਮਨ ਬਣਾ ਲਿਆ ਉਹਨੇ ਪੂਰਨ ਤਰੀਕੇ ਦੇ ਨਾਲ ਕਿ ਜਿਹੜਾ ਪ੍ਰਧਾਨ ਬਣੇਗਾ ਨਵਜੋਤ ਸਿੰਘ ਸਿੱਧੂ ਬਣੇਗਾ, ਤਾਂ ਉੱਥੇ ਹੀ ਕਿਤੇ ਨਾ ਕਿਤੇ ਮਨ ਇਹ ਵੀ ਬਣਿਆ ਹੋ ਸਕਦਾ ਹੈ ਕਿ ਪ੍ਰਧਾਨਗੀ ਤੋਂ ਬਾਅਦ 2022 ਦੇ ਚੋਣ ਮੈਦਾਨ ਦੇ ਵਿੱਚ ਜਦੋਂ ਉਤਰਨਾ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਦੇ ਨਾਲ ਹੀ ਉਤਰਨਗੇ। ਸੁਖਵਿੰਦਰ ਜੀ ਦੇਖੋ, ਇਹਦੇ ਬਾਰੇ ਵੀ ਸਮਝਣ ਦੀ ਲੋੜ ਹੈ ਕਿ ਕੈਪਟਨ ਸਾਹਿਬ ਜਦੋਂ 17 ਦੇ ਵਿੱਚ ਚੋਣਾਂ ਲੜ ਰਹੇ ਸੀਗੇ, ਸਾਰਾ ਕੁਝ ਚੱਲ ਰਿਹਾ ਸੀਗਾ ਔਰ ਵੱਖ-ਵੱਖ ਵਾਅਦੇ ਕੀਤੇ ਜਾ ਰਹੇ ਸੀਗੇ, ਤਾਂ ਇੱਕ ਵਾਅਦਾ ਕੈਪਟਨ ਸਾਹਿਬ ਨੇ ਇਹ ਵੀ ਕੀਤਾ ਸੀਗਾ ਕਿ ਮੇਰੀ ਇਹ ਆਖਰੀ ਚੋਣ ਹੋਏਗੀ ਔਰ ਇਸ ਤੋਂ ਬਾਅਦ ਮੈਂ ਸਿਆਸਤ ਤੋਂ ਸੰਨਿਆਸ ਲਵਾਂਗਾ, ਮੈਂ ਘਰੇ ਬੈਠਾਂਗਾ। ਸੋ ਇਸ ਕਰਕੇ ਉਹ ਵਾਅਦਾ ਜਿਹੜਾ ਹੈਗਾ, ਸ਼ਾਇਦ ਹੋ ਸਕਦਾ ਕਿ ਕਿਤੇ ਨਾ ਕਿਤੇ ਰਾਹੁਲ ਜੀ ਦੇ ਮਨ 'ਚ ਹੈ ਇਹ ਗੱਲ ਕਿ ਕੈਪਟਨ ਸਾਹਿਬ ਤਾਂ ਇਹ ਕਹਿ ਚੁੱਕੇ ਨੇ ਕਿ ਅਸੀਂ ਅਗਲੀ ਚੋਣਾਂ ਜਿਹੜੀਆਂ ਲੜਨੀਆਂ ਨਹੀਂ ਹੈਗੀਆਂ। ਸੋ ਇਸ ਕਰਕੇ ਕਿਉਂਕਿ ਹਾਈ ਕਮਾਂਡ ਨੂੰ ਤਾਂ ਹੁਣ ਅਗਲੇ ਨੇਤਾ ਚਾਹੀਦੇ ਨੇ, ਉਹਨਾਂ ਨੇ ਤਾਂ ਅੱਗੇ ਜਿਹੜੀ ਹੈਗੀ ਸਿਆਸਤ ਅੱਗੇ ਤੋਰਨੀ ਹੈ, ਸੋ ਉਹਨਾਂ ਦੇ ਲਈ ਲੀਡਰ ਚਾਹੀਦੇ ਨੇ। ਸੋ ਅਗਲਾ ਭਵਿੱਖ ਦੇ ਲੀਡਰ ਜਿਹੜੇ ਨੇ ਕਾਂਗਰਸ ਤਿਆਰ ਕਰ ਰਹੀ ਹੈ। ਸੋ ਇਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਹੀ ਪਰ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਐਲਾਨਿਆ ਜਾਏਗਾ, ਕਿਉਂਕਿ ਉਮੀਦ ਇਹੀ ਇਸ ਵੇਲੇ ਬਣਦੀ ਹੈ ਹਾਈ ਕਮਾਂਡ ਤੋਂ ਕਿ ਉਹਨਾਂ ਕੋਲੇ ਜੇ ਕੋਈ ਚਿਹਰਾ ਹੈ ਇਸ ਵੇਲੇ, ਚਾਹੇ ਉਹ ਨੈਸ਼ਨਲ ਲੈਵਲ ਦਾ, ਚਾਹੇ ਇੰਟਰਨੈਸ਼ਨਲ ਲੈਵਲ ਦਾ, ਚਾਹੇ ਪੰਜਾਬ ਲੈਵਲ ਦਾ, ਤਾਂ ਉਹ ਨਵਜੋਤ ਸਿੰਘ ਸਿੱਧੂ ਹੋਰੀ ਨੇ। ਔਰ ਜੇਕਰ ਇਹ ਚਿਹਰਾ ਬਣਦੇ ਨੇ ਲਾਜ਼ਮੀ ਤੌਰ ਤੇ, ਤਾਂ ਇਹਦੇ ਨਾਲ ਜਿਹੜੀ ਕਾਂਗਰਸ ਹੈ ਉਹ ਸਟਰੈਂਥਨ ਹੋਏਗੀ, ਤਾਕਤ ਉਹਨੂੰ ਮਿਲੇਗੀ। ਨਾ ਕਿ ਜੇ ਅਸੀਂ ਇਹਦੇ ਪੈਰਲਲ ਜੇ ਦੇਖਦੇ ਹਾਂ ਕਿ ਜੇਕਰ ਕੈਪਟਨ ਸਾਹਿਬ ਦੇ ਅਧੀਨ ਜਾਏਗਾ, ਉਹਨਾਂ ਦੇ ਅੰਡਰ ਜਿਹੜੀ ਹੈਗੀ ਚੋਣ ਲੜੀ ਜਾਏਗੀ 22 ਦੀ, ਤਾਂ ਇਹਦੇ ਨਾਲ ਕਾਫੀ ਨੁਕਸਾਨ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਚਾਹੇ ਪ੍ਰਸ਼ਾਂਤ ਕਿਸ਼ੋਰ ਦਾ ਤੁਸੀਂ ਜ਼ਿਕਰ ਕੀਤਾ ਹੈ, ਚਾਹੇ ਹਾਈ ਕਮਾਂਡ ਵੀ ਇਹ ਗੱਲ ਕਹਿ ਚੁੱਕੀ ਹੈ ਔਰ ਹਾਈ ਕਮਾਂਡ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਤੁਸੀਂ 18/29 ਜਿਹੜਾ ਪ੍ਰੋਗਰਾਮ ਹੈ ਉਹਨੂੰ ਲਾਗੂ ਕਰੋ, ਬਾਕੀ ਤੁਸੀਂ ਸਾਡੇ ਤੇ ਛੱਡ ਦਿਓ। ਤੁਹਾਡਾ ਕੰਮ ਹੈ ਇਸ ਵੇਲੇ 18/29 ਪ੍ਰੋਗਰਾਮ ਲਾਗੂ, ਤੁਹਾਨੂੰ ਅਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੈ। ਪਾਰਟੀ ਪ੍ਰਤੀ ਜਿਹੜੀ ਰਣਨੀਤੀ ਆ ਉਹ ਖੁਦ ਉਧਰ ਤੈਅ ਕਰ ਰਹੇ ਨੇ। ਬਿਲਕੁਲ, ਤੂੰ ਉਹਨਾਂ ਨੂੰ ਇੱਕੋ ਹੀ ਕਿਹਾ ਕਿ ਤੁਸੀਂ ਤਾਂ ਭਾਈ ਆਪਣਾ ਕੰਮ ਕਰੋ, ਤੁਸੀਂ ਆਪਣੀ ਕਾਰਜਸ਼ੈਲੀ ਜਿਹੜੀ ਹੈਗੀ ਆ ਤੁਹਾਡੀ 4.5 ਸਾਲ ਦੀ ਰਹੀ ਆ ਉਹਨੂੰ ਬਦਲੋ ਪਲੀਜ਼, ਤਾਂ ਕਿ ਤੁਸੀਂ ਮਾੜੀ ਮੋਟੀ ਜਿਹੜੀ ਕਾਂਗਰਸ ਦੇ ਵਿੱਚ ਜਾਨ ਪਾਉਣੀ ਚਾਹੁੰਦੇ ਨੇ, ਉਹ ਜਾਨ ਫੂਕਣਾ ਚਾਹੁੰਦੇ ਨੇ, ਤਾਂ ਉਹ ਤਾਂ ਹੀ ਫੂਕੀ ਜਾਏਗੀ। ਤੇ ਜੇਕਰ ਇਹ ਕੰਮ ਜਿਹੜੇ ਨੇ ਉਹਨਾਂ ਦੇ ਵੱਡੇ ਵੱਡੇ ਵਾਅਦੇ ਨੇ, ਥੋੜੇ ਬਹੁਤ ਲੋਕਾਂ ਨੂੰ ਰਾਹਤ ਮਿਲੇਗੀ ਉਹਦੇ ਵਿੱਚੋਂ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵੇਲੇ ਜਿਹੜੀ ਰਾਹੁਲ ਗਾਂਧੀ ਜੀ ਨੇ ਜਾਂ ਪ੍ਰਿੰਕਾ ਜੀ ਨੇ ਜਾਂ ਹਾਈ ਕਮਾਂਡ ਹੈ, ਉਹ ਇੱਕ ਤਾਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ G23 ਨੇ, ਜਿਹੜੀ ਉਹ ਵੱਡੀ ਧਿਰ ਹੈ ਇੱਕ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੀ ਜਾਂ ਪੁਰਾਣੇ ਲੀਡਰਾਂ ਦੀ, ਉਹਦੇ ਪੈਰਲਲ ਇੱਕ ਆਪਣੀ ਪੋਲਿਟਿਕਸ ਵੀ ਉਹ ਲਿਆਉਣਾ ਚਾਹੁੰਦੇ ਨੇ, ਆਪਣੇ ਬੰਦੇ ਜਿਹੜੇ ਨੇ ਆਪਣੀ ਨਵਾਂ ਗਰੁੱਪ ਬਣਾਉਣਾ ਚਾਹੁੰਦੇ ਨੇ, ਆਪਣੀ ਨਵੀਂ ਸਿਆਸਤ ਖੜੀ ਕਰਨਾ ਚਾਹੁੰਦੇ ਨੇ ਔਰ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਅਸੀਂ ਹੀ, ਸਾਡਾ ਪਰਿਵਾਰ ਹੀ ਜਿਹੜਾ ਹੈਗਾ ਉਹ ਹਾਈ ਕਮਾਂਡ ਹੋਏਗਾ, ਅਸੀਂ ਹੀ ਫੈਸਲੇ ਲੈਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਸਾਰਿਆਂ ਨੂੰ ਨਾਲ ਲੈ ਕੇ ਕੋਸ਼ਿਸ਼ ਕਿਆ ਉਹਨਾਂ ਦੀ ਇਹੀ ਹੈ ਕਿ ਬਾਕੀ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ, ਉਹਨਾਂ ਨੂੰ ਉਹ ਇਸ ਵੇਲੇ ਸੰਗਠਿਤ ਕਰਨਾ ਚਾਹੁੰਦੇ ਨੇ। ਔਰ ਵੱਡੀ ਗੱਲ ਇਸ ਵੇਲੇ ਇਹੀ ਮੈਂ ਕਹਿਣਾ ਚਾਹਣਾ ਕਿ 24 ਦਾ ਨਿਸ਼ਾਨਾ ਵੀ ਹੈ ਕਿਤੇ ਨਾ ਕਿਤੇ ਰਾਹੁਲ ਜੀ ਦੇ ਮਨ ਦੇ ਵਿੱਚ ਕਿ 24 ਦੀਆਂ ਚੋਣਾਂ ਕਿਵੇਂ ਜਿੱਤੀਆਂ ਜਾਣ। ਤੁਸੀਂ ਦੇਖੋਗੇ ਕਿ ਲਗਾਤਾਰ ਕੌਣ ਕਰ ਰਿਹਾ, ਰਾਹੁਲ ਜੀ ਟਵੀਟ ਕਰ ਰਹੇ ਨੇ ਔਰ ਕਿਹਨੂੰ ਸੇਧਤ ਕਰ ਰਹੇ ਨੇ, ਉਹ ਸਿੱਧਾ ਮੋਦੀ ਦੇ ਉੱਤੇ ਅਟੈਕ ਕਰ ਰਹੇ ਨੇ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਾਰੀ ਚੀਜ਼ ਤੋਂ ਹੋ ਸਕਦਾ ਹੈ ਕਿ ਇੱਕ ਵੱਡੇ ਲੀਡਰ ਦੇ ਤੌਰ ਤੇ ਉੱਭਰਨ ਰਾਹੁਲ ਗਾਂਧੀ ਜੀ ਵੀ, ਜਿੱਥੇ ਉਹ ਨਵਜੋਤ ਸਿੰਘ ਸਿੱਧੂ ਨੂੰ ਮਾਰਨਾ ਚਾਹੁੰਦੇ ਨੇ, ਉੱਥੇ ਨਾਲ ਹੀ ਖੁਦ ਵੀ ਇੱਕ ਨੈਸ਼ਨਲ ਲੈਵਲ ਦਾ ਲੀਡਰ ਜਿਹੜਾ ਹੈਗਾ ਆਪਣਾ ਪ੍ਰਧਾਨਗੀ ਦਾ ਜਿਹੜਾ ਹੈਗਾ ਦਾਅਵਾ ਵੀ ਉਹ ਪੇਸ਼ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਮੈਨੂੰ ਪ੍ਰਧਾਨ ਬਣਾਓ, ਅਸੀਂ ਵੱਡੇ ਡਿਸੀਜਨ ਲਵਾਂਗੇ, ਅਸੀਂ ਬਾਕੀ ਸਟੇਟਾਂ ਦੀਆਂ ਜਿਹੜੀਆਂ ਕਾਂਗਰਸ ਦੀਆਂ ਜਿਹੜੀਆਂ ਜਥੇਬੰਦਕ ਢਾਂਚਾ ਹੈ ਉਹਨੂੰ ਅਸੀਂ ਮਜ਼ਬੂਤ ਕਰਾਂਗੇ ਔਰ 24 ਦੇ ਵਿੱਚ ਅਸੀਂ ਜਿੱਤ ਹਾਸਲ ਕਰਾਂਗੇ। ਕਿਤੇ ਨਾ ਕਿਤੇ ਇੱਕ ਮੈਸੇਜ ਇਹ ਵੀ ਦੇਣ ਦੀ ਕੋਸ਼ਿਸ਼ ਰਾਹੁਲ ਜੀ ਕਰ ਰਹੇ ਹੈ ਕਿ ਕਾਂਗਰਸ ਹਾਈ ਕਮਾਨ ਤੇ ਪ੍ਰਿਯੰਕਾ ਗਾਂਧੀ ਇਹ ਵੀ ਸੋਚ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਜਿਹੜਾ ਲੀਡਰ ਹੈ ਉਹ ਪੰਜਾਬ ਤੋਂ ਬਾਹਰ ਉਹਨਾਂ ਦੀ ਕਾਂਗਰਸ ਦੀ ਮਦਦ ਨਹੀਂ ਕਰ ਸਕਦਾ, ਜਿੱਦਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਲਈ ਸਹਾਈ ਹੋ ਸਕਦੇ ਆ। ਜਿਵੇਂ ਬਾਕੀ 4 ਸੂਬਿਆਂ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ, ਉੱਧਰ ਵੀ ਨਵਜੋਤ ਸਿੰਘ ਸਿੱਧੂ ਜਾ ਕੇ ਪ੍ਰਚਾਰ ਕਰਨਗੇ
ਤਾਂ 2024 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਜੇਕਰ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਕਾਂਗਰਸ ਚੱਲੇਗੀ, ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰਕੇ ਕਾਂਗਰਸ ਚੱਲੇਗੀ, ਤਾਂ ਨਵਜੋਤ ਸਿੰਘ ਸਿੱਧੂ ਬੜੇ ਵੱਡੇ ਪੱਧਰ ਤੇ ਕਾਂਗਰਸ ਨੂੰ ਲੀਡ ਕਰਕੇ ਜਿਹੜਾ ਹੈਗਾ ਉੱਥੇ ਪ੍ਰਚਾਰ ਕਰਨਗੇ ਕਾਂਗਰਸ ਦਾ ਪੂਰੇ ਦੇਸ਼ ਦੇ ਵਿੱਚ। ਤਾਂ ਕਿਉਂਕਿ ਲੋਕ ਉਹਨਾਂ ਨੂੰ ਸੁਣਦੇ ਵੀ ਨੇ ਤੇ ਲੋਕ ਉਹਨਾਂ ਦੀ ਗੱਲਾਂ ਤੇ ਵਿਸ਼ਵਾਸ ਵੀ ਕਰਦੇ ਨੇ, ਇਸ ਕਰਕੇ ਵੀ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ ਕਿ ਇੱਕ ਅਜਿਹਾ ਚਿਹਰਾ ਨਵਜੋਤ ਸਿੰਘ ਸਿੱਧੂ ਜਿਹੜਾ ਭਾਰਤ ਦੇ ਤੌਰ ਤੇ ਨਹੀਂ ਵਰਲਡ ਵਾਈਡ ਫੇਮਸ ਹੈ, ਜਿਹਨੂੰ ਲੋਕ ਸੁਣਦੇ ਆ, ਜਿਹਦੀ ਲੋਕਾਂ ਦੇ ਵਿੱਚ ਚੰਗੀ ਛਵੀ ਹੈ। ਇਸੇ ਕਰਕੇ ਜਿਹੜਾ ਹੈਗਾ ਇਹ ਵੀ ਇੱਕ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਮੋਹਰੀ ਰੱਖਣਾ ਚਾਹੁੰਦੀ ਹੈ ਕਾਂਗਰਸ ਆਈ। ਜੀ ਮੈਂ ਇਹੀ ਗੱਲ ਕਹਿਣਾ ਚਾਹਣਾ ਕਿ ਇਹਨੂੰ ਅਸੀਂ ਇਕੱਲੇ ਪੰਜਾਬ ਤੱਕ ਸੀਮਿਤ ਕਰਕੇ ਦੇਖਣ ਦੀ ਕੋਸ਼ਿਸ਼ ਨਾ ਕਰੀਏ। ਇਹ ਪੰਜਾਬ ਦਾ ਮਸਲਾ ਨਹੀਂ ਹੈ, ਇਸ ਵੇਲੇ ਪੂਰੇ ਹਿੰਦੁਸਤਾਨ ਦਾ, ਭਾਰਤ ਦਾ ਮਸਲਾ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਜਿਵੇਂ ਇੱਕ ਕਾਂਗਰਸ ਦੀ ਰੀਤ ਰਹੀ ਹੈ ਕਿ ਇੱਕ ਸਿੱਖ ਚਿਹਰੇ ਨੂੰ, ਉਹ ਚਾਹੇ ਰਾਸ਼ਟਰਪਤੀ ਦੀ ਗੱਲ ਹੋਵੇ, ਚਾਹੇ ਪ੍ਰਧਾਨ ਮੰਤਰੀ ਦੀ ਗੱਲ ਹੋਵੇ, ਜਾਂ ਹੋਰ ਵੱਡੇ ਅਹੁਦੇ ਜਿਹੜੇ ਨੇ ਨੈਸ਼ਨਲ ਲੈਵਲ ਦੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ, ਤਾਂ ਉਹਦੇ ਵਿੱਚ ਵੀ ਮੈਂ ਇਹ ਕਹਿਣਾ ਚਾਹਣਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹ ਰੱਖ ਸਕਦੇ ਨੇ ਨਾਲ। ਪੰਜਾਬ ਤਾਂ ਸੰਭਾਲਣਗੇ ਨਾਲ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸੱਤਾ ਦੇ ਵਿੱਚ ਆਉਂਦੀ ਹੈ ਕਾਂਗਰਸ, ਜੇਕਰ ਉਹ ਦੁਬਾਰਾ ਆਪਣੇ ਆਪ ਨੂੰ ਰਿਵਾਈਵ ਕਰਦੀ ਹੈ ਕਾਂਗਰਸ, ਤਾਂ ਲਾਜ਼ਮੀ ਤੌਰ ਤੇ ਇਹਦਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਫਾਇਦਾ ਹੋਏਗਾ ਔਰ ਰਾਹੁਲ ਜੀ ਨੂੰ ਫਾਇਦਾ ਹੋਏਗਾ। ਔਰ ਨਵਜੋਤ ਸਿੰਘ ਸਿੱਧੂ ਦੀ ਇੱਕ ਐਜ਼ ਏ ਸਿੱਖ ਲੀਡਰ ਦੇ ਤੌਰ ਤੇ, ਇੱਕ ਪੰਜਾਬੀ ਲੀਡਰ ਦੇ ਤੌਰ ਤੇ ਛਵੀ ਜਿਹੜੀ ਹੈਗੀ ਹੈ, ਉਹਨਾਂ ਨੂੰ ਕੱਲ ਨੂੰ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਪੇਸ਼ ਕੀਤਾ ਜਾਏ, ਹੋ ਸਕਦਾ ਕਿ ਉਹਨਾਂ ਨੂੰ ਰਾਸ਼ਟਰਪਤੀ ਦੇ ਤੌਰ ਤੇ ਵੀ ਪੇਸ਼ ਕੀਤਾ ਜਾਏ, ਕਿਉਂਕਿ ਇਸ ਵੇਲੇ ਉਹਨਾਂ ਦੀ ਇੱਕ ਜਿਹੜੀ ਲੀਡਰਸ਼ਿਪ ਦੀ ਘਾਟ ਬਹੁਤ ਵੱਡੀ ਹੈ। ਜੇ ਆਪਾਂ ਨੈਸ਼ਨਲ ਲੈਵਲ ਦੀ ਜੇ ਲੀਡਰਸ਼ਿਪ ਦੇਖਦੇ ਹਾਂ ਤਾਂ ਉਹਦੇ ਵਿੱਚ ਸਿੱਖ ਚਿਹਰਿਆਂ ਦੀ ਘਾਟ ਜਿਹੜੀ ਹੈਗੀ ਹੈ, ਡਾਕਟਰ ਮਨਮੋਹਨ ਸਿੰਘ ਜੀ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਦਾ ਉਹਨਾਂ ਨੂੰ ਇੱਕ ਰੜਕ ਰਹੀ ਆ ਘਾਟ। ਉਸ ਘਾਟ ਨੂੰ ਪੂਰਾ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਦੇਖਣਾ, ਅਸੀਂ ਉਹਨਾਂ ਨੂੰ ਨੈਸ਼ਨਲ ਲੈਵਲ ਤੇ, ਹੋ ਸਕਦਾ ਕਿ ਪ੍ਰਧਾਨ ਮੰਤਰੀ ਦਾ ਵੀ ਕੱਲ ਨੂੰ ਹੋ ਸਕਦਾ ਕਿ ਜਿਵੇਂ ਕੋਈ ਚਿਹਰਾ ਦੇਣਾ ਹੋਵੇ ਤਾਂ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤੌਰ ਤੇ ਵੀ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਜਾ ਸਕਦਾ ਹੈ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ, ਪੰਜਾਬ ਦੇ ਲਈ ਵੱਡੀ ਗੱਲ ਹੋਏਗੀ ਕਿ ਕੱਲ ਨੂੰ ਜਦੋਂ 24 ਦੀਆਂ ਚੋਣਾਂ ਹੋਣਗੀਆਂ ਤਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕਰੇਗੀ ਕਾਂਗਰਸ, ਕਿਉਂਕਿ ਕਾਂਗਰਸ ਦਾ ਕਲਚਰ ਰਿਹਾ ਇੱਕ। ਸੋ ਇਸ ਕਰਕੇ ਉਸ ਛਵੀ ਨੂੰ ਵੀ ਉਭਾਰਿਆ ਜਾ ਸਕਦਾ, ਨਾਲ ਚੱਲਦੇ ਰਹੇ ਆ ਅਜਿਹੇ ਚਿਹਰੇ ਨੂੰ ਨਾਲ ਲੈ ਕੇ। ਮਨਮੋਹਨ ਸਿੰਘ, ਗਿਆਨੀ ਜੈਲ ਸਿੰਘ, ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ। ਤੁਸੀਂ ਦੇਖੋਗੇ ਇੱਕ ਪੂਰੀ ਦੀ ਪੂਰੀ ਲਿਸਟ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਦੇ ਰਾਜ ਤੋਂ ਲੈ ਕੇ ਤੁਸੀਂ ਰਾਹੁਲ ਗਾਂਧੀ ਜੀ ਤੱਕ ਜਦੋਂ ਇਤਿਹਾਸ ਦੇਖਦੇ ਹਾਂ ਤਾਂ ਸਿੱਖ ਚਿਹਰਾ ਉਹਨਾਂ ਨੇ ਹਮੇਸ਼ਾ ਹੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕਰਨਗੇ। ਔਰ ਮੈਨੂੰ ਲੱਗਦਾ ਕਿ ਸਭ ਤੋਂ ਵਫਾਦਾਰ ਔਰ ਸਭ ਤੋਂ ਸਿਆਣਾ, ਸਭ ਤੋਂ ਵਧੀਆ ਕੋਈ ਲੀਡਰ ਇਸ ਵੇਲੇ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਨੇ, ਜਿਹਨੂੰ ਉਹ ਪਹਿਲਾਂ ਮੁੱਖ ਮੰਤਰੀ ਦੇ ਤੌਰ ਤੇ ਔਰ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਚਿਹਰਾ ਵੀ ਜਿਹੜਾ ਹੈਗਾ 24 ਦੇ ਵਿੱਚ ਉਹਨਾਂ ਨੂੰ ਉਲੀਕਿਆ ਜਾ ਸਕਦਾ ਹੈ। ਸੁਖਿੰਦਰ ਜੀ, ਜੇਕਰ 24 ਦੇ ਵਿੱਚ ਨਹੀਂ ਤਾਂ ਭਵਿੱਖ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਿਹਾ ਸਕਦੇ ਆ ਕਿ ਇਸ ਲੈਵਲ ਦੇ ਉਹ ਲੀਡਰ ਹੈਗੇ ਆ ਕਿ ਕੱਲ ਨੂੰ ਪ੍ਰਧਾਨ ਮੰਤਰੀ ਲੈਵਲ ਦੇ ਤੱਕ ਜਿਹੜੀ ਕੁਰਸੀ ਹੈ ਉਹ ਵੀ ਉਹਨਾਂ ਨੂੰ ਮਿਲ ਸਕਦੀ ਹੈ ਤੇ ਉਹਨਾਂ ਨੂੰ ਉਹਦੇ ਤੌਰ ਤੇ ਵੀ ਕਾਂਗਰਸ ਜਿਹੜੀ ਪੇਸ਼ ਕਰ ਸਕਦੀ ਹੈ ਕਿਸੇ ਟਾਈਮ। ਹੋ ਸਕਦਾ ਚਲੋ 24 ਦੇ ਵਿੱਚ ਹੋ ਸਕਦਾ ਕਿ ਆਪਾਂ ਜਲਦੀ ਕਹਿ ਲਈਏ, ਪਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਖੁਦ ਵੀ ਕਹਿੰਦੇ ਰਹੇ ਆ ਕਿ ਮੈਂ ਪੰਜਾਬ ਦੀ ਪੋਲਿਟਿਕਸ ਕਰਨੀ ਹੈ, ਮੈਂ ਸੈਂਟਰ ਦੇ ਵਿੱਚ ਜਾਣਾ ਨਹੀਂ, ਪਰ ਕਿਤੇ ਨਾ ਕਿਤੇ ਇੱਕ ਵੱਡੀ ਜ਼ਿੰਮੇਵਾਰੀ ਜਿੱਥੇ ਪੰਜਾਬ ਨੂੰ ਉਹਨਾਂ ਨੇ ਕਾਬਲੀਅਤ ਹੈਗੀ ਲੀਡ ਕਰਨ ਦੀ, ਤਾਂ ਉੱਥੇ ਦੇਸ਼ ਨੂੰ ਵੀ ਲੀਡ ਕਰਨ ਦੀ ਕਾਬਲੀਅਤ ਉਹਨਾਂ ਦੇ ਵਿੱਚ ਹੈਗੀ ਹੈ। ਤਾਂ ਹੋ ਸਕਦਾ ਕਿ 24 ਤੋਂ ਬਾਅਦ ਵਾਲੀਆਂ ਚੋਣਾਂ ਦੇ ਵਿੱਚ ਵੀ, ਯਾਨੀ ਭਵਿੱਖ ਦੇ ਵਿੱਚ ਕਦੇ ਵੀ ਇਸ ਲੈਵਲ ਦੇ, ਸਾਡੇ ਕਹਿਣ ਦਾ ਮਤਲਬ ਇਹ ਹੈ ਲੀਡਰ ਕਿ ਇਸ ਲੈਵਲ ਦੇ ਲੀਡਰ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਹੈਗੇ ਆ ਕਾਂਗਰਸ ਹਾਈ ਕਮਾਨ ਭਵਿੱਖ ਦੇ ਵਿੱਚ ਇਸ ਦੇ ਰੂਪ ਦੇ ਵਜੋਂ ਵੀ ਵਰਤ ਸਕਦੀ ਹੈ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਅਹਿਮ ਵਿਚਾਰ ਚਰਚਾ ਕੀਤੀ ਗਈ ਤੇ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਜਿਹੜੇ ਕੀਮਤੀ ਵਿਚਾਰ ਨੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਇਜਾਜ਼ਤ, ਧੰਨਵਾਦ।